Good morning, students. Today we are going to start the next chapter, that is the sources of business finance. Business finance means कि business ਦੀ activity ਕਰਦੇ ਵੇਲੇ ਕਿੰਨੇ finance ਦੀ requirement ਆ, ਕਿੰਨੇ ਪੈਸੇ ਦੀ ਜ਼ਰੂਰਤ ਹੁੰਦੀ ਹੈ, ਤਾਂ ਫਿਰ ਇੱਕ businessman ਨੂੰ ਉਹ ਪੈਸਾ ਜਿਹੜਾ ਕਿੱਥੋਂ ਕਿੱਥੋਂ ਮਿਲ ਸਕਦਾ ਹੈ, ਕਿਹੜੇ ਕਿਹੜੇ sources ਆ. So business finance refers to the money and the credit invested or employed in the business firm. Means कि ਜਿਹੜੇ ਵੀ ਤੁਸੀਂ money ਜਾਂ ਕੋਈ ਵੀ amount ਜਿਹੜਾ ਆ business ਦੇ ਵਿੱਚ invest ਕੀਤਾ ਆ ਉਹਨੂੰ ਅਸੀਂ business finance ਬੋਲਦੇ ਹਾਂ. It is concerned with the acquisition and the utilization of the capital in meeting the financial needs and overall objective of the business enterprise. Means कि ਜਿਹੜਾ capital ਆ ਉਹਨੂੰ ਤੁਸੀਂ ਕੀ ਕਰਦੇ ਹੋ, acquisition ਦਾ ਮਤਲਬ ਹੈ ਬੋਰੋ ਕਰਨਾ, ਕਿਸੇ ਤੋਂ ਪਰਚੇਜ਼ ਕਰਨਾ, ਐਂਡ ਦੈਨ ਉਸ ਕੈਪੀਟਲ ਨੂੰ ਯੂਟੀਲਾਈਜ਼ ਕਰਨਾ. ਕਿਹਦੇ ਵਿੱਚ ਯੂਟੀਲਾਈਜ਼ ਕਰੋਗੇ? ਆਪਣੇ ਬਿਜ਼ਨਸ ਦੇ ਜਿਹੜੇ ਵੀ ਮੇਨ ਨੀਡਸ ਨੇ, ਜਿਹੜੀ ਰਿਕੁਆਇਰਮੈਂਟਸ ਆ, ਜਿਹੜੇ ਓਬਜੈਕਟਿਵਸ ਆ ਉਹਨਾਂ ਨੂੰ ਪੂਰਾ ਕਰਨ ਲਈ. ਸੋ ਫਾਈਨੈਂਸ ਜਿਹੜਾ ਆ ਇੱਕ ਬਿਜ਼ਨਸ ਦੇ ਲਈ ਇੱਕ ਲਾਈਫ ਬਲੱਡ ਆ, ਬਿਕੋਜ਼ ਫਾਈਨੈਂਸ ਤੋਂ ਬਿਨਾਂ ਕੋਈ ਵੀ ਬਿਜ਼ਨਸ ਜਿਹੜਾ ਹੈ ਸਰਵਾਈਵ ਨਹੀਂ ਕਰ ਸਕਦਾ. Without adequate amount of finance, an enterprise cannot function smoothly. ਉਹਦੇ ਤੋਂ ਬਿਨਾਂ ਕੋਈ ਵੀ ਜਿਹੜਾ ਐਂਟਰਪ੍ਰਾਈਜ਼ ਆ ਉਹ ਸਮੂਥਲੀ ਜਿਹੜਾ ਆ ਵਰਕ ਨਹੀਂ ਕਰ ਸਕਦਾ. ਸੋ ਨੇਚਰ ਕੀ ਆ? ਇਟ ਇਨਕਲੂਡਸ ਕੈਪੀਟਲ ਐਂਡ ਬੋਰੋਡ ਫੰਡ. ਮੀਨਸ ਕੈਪੀਟਲ ਮੀਨ ਜਿਹੜੀ ਆਪਣੀ ਫੰਡ ਹੈ, ਐਂਡ ਬੋਰੋਡ ਜਿਹੜੇ ਕਿਸੇ ਤੋਂ ਬੋਰੋ ਕੀਤਾ ਹੋਏ. ਇਟ ਰਿਕੁਆਇਰਸ ਇਨ ਆਲ ਟਾਈਪ ਆਫ ਆਰਗੇਨਾਈਜੇਸ਼ਨ. ਫਾਈਨੈਂਸ ਦੇਖੋ ਹਰ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਰਿਕੁਆਇਰਡ ਹੈ, ਚਾਹੇ ਉਹ ਆਰਗੇਨਾਈਜੇਸ਼ਨ ਛੋਟੀ ਹੋਏ, ਸਮੋਲ ਹੋਏ, ਕਿਸੇ ਵੀ ਟਾਈਪ ਦਾ ਆਰਗੇਨਾਈਜੇਸ਼ਨ ਹੋਏ. differs depending upon the nature and size of business. Now ਕਿਹੜੇ ਬਿਜ਼ਨਸ ਨੂੰ ਕਿੰਨਾ ਪੈਸਾ ਚਾਹੀਦਾ, ਕਿੰਨਾ ਫਾਈਨੈਂਸ ਚਾਹੀਦਾ ਆ, ਉਹ ਡਿਪੈਂਡ ਕਰਦਾ ਕਿ ਬਿਜ਼ਨਸ ਦਾ ਸਾਈਜ਼ ਕਿੰਨਾ ਆ ਅਤੇ ਪਲੱਸ ਬਿਜ਼ਨਸ ਦਾ ਨੇਚਰ ਕੀ ਆ, ਕਿਸ ਟਾਈਪ ਦਾ ਬਿਜ਼ਨਸ ਉਹ ਰਨ ਕਰ ਰਹੇ ਆ. ਰਿਕੁਆਇਰਮੈਂਟ ਆਫ ਫੰਡ ਵੈਰੀ ਫਰੋਮ ਟਾਈਮ ਟੂ ਟਾਈਮ, ਬੂਮ ਪੀਰੀਅਡ ਐਂਡ ਡਿਪਰੈਸ਼ਨ. ਮਤਲਬ ਕਿ ਜਿਹੜਾ ਤੁਹਾਡਾ ਰਿਕੁਆਇਰਮੈਂਟ ਫੰਡ ਆ, ਜਿੰਨਾ ਤੁਹਾਨੂੰ ਫਾਈਨੈਂਸ ਚਾਹੀਦਾ ਆ, ਠੀਕ ਹੈ ਨਾ, ਉਹ ਹਰ ਇੱਕ ਟਾਈਮ ਟੂ ਟਾਈਮ ਕੀ ਆ, ਬਦਲਦਾ ਰਹਿੰਦਾ ਆ. ਹੋ ਸਕਦਾ ਤੁਹਾਨੂੰ ਅੱਜ ਪੈਸਾ ਜ਼ਿਆਦਾ ਚਾਹੀਦਾ ਆ ਅਤੇ ਬਟ ਜਦੋਂ ਤੁਹਾਡਾ ਬਿਜ਼ਨਸ ਕਾਫੀ ਵਧੀਆ ਸਮੂਥ ਵਰਕ ਕਰਨ ਲੱਗ ਜਾਏਗਾ, ਉਸ ਤੋਂ ਬਾਅਦ ਹੋ ਸਕਦਾ ਤੁਹਾਡੀ ਫਾਈਨੈਂਸ ਰਿਕੁਆਇਰਮੈਂਟ ਜਿਹੜੀ ਆ ਘੱਟ ਜੇ. ਸੋ ਇਟ ਰਿਕੁਆਇਰਸ ਔਨ ਦਾ ਕੰਟੀਨਿਊਸ ਬੇਸਿਸ. ਸਾਨੂੰ ਲਗਾਤਾਰ ਫਾਈਨੈਂਸ ਦੀ ਜ਼ਰੂਰਤ ਪੈਂਦੀ ਰਹੇਗੀ. ਜਦੋਂ ਤੱਕ ਤੁਹਾਡਾ ਬਿਜ਼ਨਸ ਚੱਲਦਾ ਰਹੇਗਾ ਉਦੋਂ ਤੱਕ ਤੁਹਾਨੂੰ ਫਾਈਨੈਂਸ ਚਾਹੀਦਾ ਹੀ ਚਾਹੀਦਾ ਆ. ਸੋ ਸਿਗਨੀਫਿਕੈਂਸ ਕੀ ਆ? ਇਟ ਰਿਕੁਆਇਰਸ ਟੂ ਸਟਾਰਟ ਅ ਬਿਜ਼ਨਸ. ਆਪਣੇ ਬਿਜ਼ਨਸ ਨੂੰ ਸਟਾਰਟ ਕਰਨ ਲਈ ਜ਼ਰੂਰਤ ਆ. ਟੂ ਮੀਟ ਡੇ ਟੂ ਡੇ ਐਕਸਪੈਂਸਿਸ. ਜਿਹੜੇ ਡੇ ਟੂ ਡੇ ਸਾਡੇ ਡੇਲੀ ਖਰਚੇ ਹੁੰਦੇ ਆ ਉਹਨਾਂ ਨੂੰ ਪੂਰਾ ਕਰਨ ਲਈ ਸਾਨੂੰ ਫਾਈਨੈਂਸ ਦੀ ਰਿਕੁਆਇਰਮੈਂਟ ਆ. ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨ ਦੀ ਜ਼ਰੂਰਤ ਆ, ਉਹਦੇ ਲਈ ਚਾਹੀਦਾ ਆ. ਫਿਕਸਡ ਐਸਟ ਨੂੰ ਪਰਚੇਸ ਕਰਨ ਲਈ ਸਾਨੂੰ ਫਾਈਨੈਂਸ ਚਾਹੀਦਾ ਆ. ਨਾਓ ਫਾਈਨੈਂਸ਼ੀਅਲ ਨੀਡਸ ਆਫ ਦਾ ਬਿਜ਼ਨਸ. ਬਿਜ਼ਨਸ ਦੀ ਫਾਈਨੈਂਸ਼ੀਅਲ ਨੀਡਸ ਕੀ ਨੇ? ਸਭ ਤੋਂ ਪਹਿਲਾਂ ਫਿਕਸਡ ਕੈਪੀਟਲ ਰਿਕੁਆਇਰਮੈਂਟ. ਮਤਲਬ ਕਿ ਆਪਣੇ ਬਿਜ਼ਨਸ ਨੂੰ ਸਟਾਰਟ ਕਰਨ ਲਈ ਸਾਨੂੰ ਲੈਂਡ ਖਰੀਦਣਾ ਪੈਂਦਾ, ਬਿਲਡਿੰਗ ਖਰੀਦਣੀ ਪੈਂਦੀ ਹੈ, ਪਲਾਂਟ ਐਂਡ ਮਸ਼ੀਨਰੀ ਖਰੀਦਣੀ ਪੈਂਦੀ ਹੈ. ਵਰਕਿੰਗ ਕੈਪੀਟਲ ਰਿਕੁਆਇਰਮੈਂਟ. ਇਟ ਮੇ ਬੀ ਯੂਜ਼ਡ ਔਰ ਹੋਲਡਿੰਗ ਕਰੰਟ ਐਸਟ ਲਾਈਕ ਸਟਾਕ, ਬਿਲ ਰਿਸੀਵੇਬਲ. ਮਤਲਬ ਕਿ ਜਿਹੜੇ ਸਾਡੇ ਡੇਲੀ ਖਰਚੇ ਆ, ਵਰਕਰਸ ਨੂੰ ਸੈਲਰੀ ਵੀ ਦੇਣੀ ਆ, ਰੈਂਟ ਵੀ ਦੇਣਾ, ਇਲੈਕਟ੍ਰਿਸਿਟੀ ਬਿੱਲ ਵੀ ਪੇ ਕਰਨੇ ਆ. ਸੋ ਇਹ ਸਾਰੇ ਕੀ ਹੋ ਗਏ? ਵਰਕਿੰਗ ਕੈਪੀਟਲ ਰਿਕੁਆਇਰਮੈਂਟਸ ਹੋ ਗਏ. ਨੈਕਸਟ ਕੀ ਆ? ਸੋਰਸਿਸ ਆਫ ਫੰਡ. ਹੁਣ ਦੇਖੋ ਸੋਰਸਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਈ ਸਾਰੇ ਸੋਰਸਿਸ ਨੇ. ਲੌਂਗ ਟਰਮ ਵੀ ਆ, ਠੀਕ ਹੈ, ਸ਼ਾਰਟ ਟਰਮ ਵੀ ਆ. ਔਨ ਦਾ ਬੇਸਿਸ ਆਫ ਪੀਰੀਅਡ. ਮਤਲਬ ਕਿ ਕਿਹੜੇ ਬਿਹਾਫ 'ਤੇ ਤੁਹਾਨੂੰ ਥੋੜ੍ਹੇ ਟਾਈਮ ਲਈ ਪੈਸਾ ਚਾਹੀਦਾ, ਜ਼ਿਆਦਾ ਟਾਈਮ ਲਈ ਪੈਸਾ ਚਾਹੀਦਾ ਆ. ਓਨਰਸ਼ਿਪ ਦੇ ਬੇਸ 'ਤੇ ਆਪਣਾ ਪੈਸਾ ਆ ਕਿ ਬੋਰੋ ਕਰਨਾ ਪੈਣਾ ਆ. ਦੈਨ ਇਜ਼ ਔਨ ਦਾ ਬੇਸਿਸ ਆਫ ਸੋਰਸ ਆਫ ਜਨਰੇਸ਼ਨ, ਕਿ ਇੰਟਰਨਲ ਸੋਰਸਿਸ ਆ ਜਾਂ ਫਿਰ ਐਕਸਟਰਨਲ ਸੋਰਸਿਸ ਜਿਨ੍ਹਾਂ ਤੁਸੀਂ ਬਾਹਰ ਵਾਲਿਆਂ ਤੋਂ ਪੈਸਾ ਲੈ ਸਕਦੇ ਹੋ. ਸੋ ਦਿਸ ਇਜ਼ ਦੀ ਕਲਾਸੀਫਿਕੇਸ਼ਨ. ਹੁਣ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਔਨ ਦਾ ਬੇਸਿਸ ਆਫ ਪੀਰੀਅਡ ਦੀ. ਦੇਖੋ ਲੌਂਗ ਟਰਮ ਫਾਈਨੈਂਸ ਆ. ਲੌਂਗ ਟਰਮ ਫਾਈਨੈਂਸ ਮਤਲਬ ਜਿਹੜਾ ਤੁਹਾਨੂੰ ਲੰਬੇ ਟਾਈਮ ਲਈ ਚਾਹੀਦਾ ਹੁੰਦਾ ਆ. ਸੋ ਇਟ ਰੈਫਰਸ ਟੂ ਦਾ ਫੰਡ ਰੇਜ਼ ਫॉर ਅ ਲੌਂਗ ਪੀਰੀਅਡ, ਘੱਟ ਤੋਂ ਘੱਟ 5 ਸਾਲ ਲਈ. ਇਟ ਇਜ਼ ਯੂਜ਼ ਫॉर ਇਨਵੈਸਟਮੈਂਟ ਇਨ ਦਾ ਫਿਕਸਡ ਐਸਟ. ਮਤਲਬ ਜਦੋਂ ਸਾਨੂੰ ਆਪਣੇ ਬਿਜ਼ਨਸ ਦੇ ਐਸਟ, ਪਰਮਾਨੈਂਟ ਐਸਟ ਖਰੀਦਣੇ ਹੁੰਦੇ ਆ, ਉਦੋਂ ਸਾਨੂੰ ਲੌਂਗ ਟਰਮ ਫਾਈਨੈਂਸ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਉਹ ਐਸਟ ਮਹਿੰਗੇ ਹੁੰਦੇ ਆ, ਕੋਸਟਲੀ ਹੁੰਦੇ ਆ. ਮੀਡੀਅਮ ਟਰਮ ਫਾਈਨੈਂਸ ਦਾ ਮਤਲਬ ਕੀ ਆ? ਅਸੀਂ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨ ਲਈ ਸਾਨੂੰ ਫਾਈਨੈਂਸ ਚਾਹੀਦਾ ਆ, ਅਤੇ ਇਹਦਾ ਜਿਹੜਾ ਟਾਈਮ ਪੀਰੀਅਡ ਆ ਉਹ 1 to 5 ਈਅਰ ਦੇ ਵਿੱਚ ਹੁੰਦਾ ਆ. ਇਟ ਇਜ਼ ਆਲਸੋ ਰੇਜ਼ਡ ਫਰੋਮ ਦਾ ਡਿਬੈਂਚਰ ਹੋਲਡਰ, ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਕਮਰਸ਼ੀਅਲ ਬੈਂਕ, ਪਬਲਿਕ ਡਿਪੋਜ਼ਿਟ. ਮੀਨਸ ਆਪਾਂ ਅਗਰ ਮੀਡੀਅਮ ਟਰਮ ਫਾਈਨੈਂਸ ਚਾਹੀਦਾ ਆ ਅਤੇ ਅਸੀਂ ਇਹਨਾਂ ਸੋਰਸਿਸ ਤੋਂ ਜਿਹੜਾ ਹੈ ਫੰਡ ਰੇਜ਼ ਕਰ ਸਕਦੇ ਹਾਂ, ਬੋਰੋ ਕਰ ਸਕਦੇ ਹਾਂ. ਨੈਕਸਟ ਇਜ਼ ਦੀ
ਸ਼ਾਰਟ ਟਰਮ ਫਾਈਨੈਂਸ। ਸ਼ਾਰਟ ਟਰਮ ਫਾਈਨੈਂਸ ਹੁੰਦਾ ਆ ਜਿਹੜਾ ਕਿ 1 ਸਾਲ ਤੋਂ ਘੱਟ ਲਈ ਤੁਹਾਨੂੰ ਪੈਸੇ ਦੀ ਜ਼ਰੂਰਤ ਹੋਏ, ਲੈਸ ਦੈਨ 1 ਈਅਰ, ਐਂਡ ਇਹ ਸਾਨੂੰ ਆਪਣੇ ਡੇਲੀ ਐਕਸਪੈਂਸਿਸ ਨੂੰ ਪੂਰਾ ਕਰਨ ਲਈ ਜਿਹੜੇ ਆ ਵਰਕਿੰਗ ਕੈਪੀਟਲ ਦੇ ਵਿੱਚ ਇਨਵੈਸਟਮੈਂਟ ਕਰਨ ਲਈ ਸਾਨੂੰ ਇਹਦੀ ਜ਼ਰੂਰਤ ਹੁੰਦੀ ਆ। ਨੈਕਸਟ ਇਜ਼ ਦੀ ਔਨ ਦਾ ਬੇਸਿਸ ਆਫ ਓਨਰਸ਼ਿਪ। ਹੁਣ ਓਨਰਸ਼ਿਪ ਦੇ ਬੇਸ 'ਤੇ ਕੀ ਆ, ਓਨਰਸ ਫੰਡ ਜਾਂ ਫਿਰ ਬੋਰਡ ਫੰਡ। ਓਨਰਸ ਫੰਡ ਹੁੰਦਾ ਜਿਹੜਾ ਆਪਣਾ ਖੁਦ ਦਾ ਪੈਸਾ ਹੋਵੇ ਓਨਰ ਦਾ, ਐਂਡ ਬੋਰਡ ਫੰਡ ਜਿਹੜਾ ਕਿਸੇ ਤੋਂ ਬੋਰੋ ਕੀਤਾ ਹੋਏ। It is the amount of capital contributed by the owners, partners or the shareholders as the case may be. ਸੋ ਓਨਰਸ ਫੰਡ ਦੇ ਵਿੱਚ ਕੀ ਆ ਕਿ ਜਿਹੜਾ ਵੀ ਕੈਪੀਟਲ ਕੰਟਰੀਬਿਊਟ ਕਰਦਾ ਉਹ ਓਨਰ ਹੀ ਕਰਦਾ ਜਾਂ ਫਿਰ ਜਿਹੜੇ ਕੰਪਨੀ ਦੇ ਪਾਰਟਨਰ ਜਾਂ ਸ਼ੇਅਰ ਹੋਲਡਰਸ ਹੁੰਦੇ ਆ ਉਹੀ ਦਿੰਦੇ ਆ। ਤਾਂ ਇੱਕ ਤਰ੍ਹਾਂ ਦਾ ਇਹਦਾ ਫੀਚਰ ਕੀ ਹੈ, ਰਿਸਕ ਕੈਪੀਟਲ। ਰਿਸਕ ਕੈਪੀਟਲ ਕਿਉਂ ਆ, ਕਿਉਂਕਿ ਜਿੰਨਾ ਵੀ ਰਿਸਕ ਆ ਪੈਸੇ, ਹੁਣ ਮੰਨ ਲਓ ਅਸੀਂ ਆਪਣਾ ਪੈਸਾ ਬਿਜ਼ਨਸ ਵਿੱਚ ਲਗਾ ਰਹੇ ਹਾਂ, ਇਨ ਕੇਸ ਜੇ ਸਾਡੇ ਬਿਜ਼ਨਸ ਨੂੰ ਲੋਸ ਹੋ ਜਾਂਦਾ ਆ ਦੈਨ ਸਾਡਾ ਜਿਹੜਾ ਅਮਾਊਂਟ ਆ ਉਹ ਕੀ ਹੋ ਗਿਆ, ਡੁੱਬ ਗਿਆ, ਪੈਸਾ ਡੁੱਬ ਗਿਆ। ਸੋ ਇਟ ਇਜ਼ ਰਿਸਕੀ ਕੈਪੀਟਲ, ਇਸੇ ਕਰਕੇ ਉਹਨੂੰ ਬੋਲਿਆ ਜਾਂਦਾ ਆ ਕਿਉਂਕਿ ਸਾਰਾ ਦਾ ਸਾਰਾ ਰਿਸਕ ਬੇਅਰ ਕਰਨਾ ਪੈਂਦਾ ਆ। ਸੈਕਿੰਡ ਫੀਚਰ ਇਹਦਾ ਇਹ ਹੈ ਕਿ ਇੱਕ ਪਰਮਾਨੈਂਟ ਸੋਰਸ ਆਫ ਕੈਪੀਟਲ ਆ। ਪਰਮਾਨੈਂਟ ਕਿਉਂ, ਤੁਹਾਡੇ ਕੋਲ ਹਮੇਸ਼ਾ ਤੁਹਾਡਾ ਜਿਹੜਾ ਆ ਤੁਹਾਡੇ ਕੋਲ ਹਮੇਸ਼ਾ ਹੀ ਤੁਹਾਡੀ ਜਿਹੜਾ ਕੈਪੀਟਲ ਉਹ ਹਮੇਸ਼ਾ ਤੁਹਾਡੇ ਨਾਲ ਹੀ ਰਹਿਣਾ, ਤੁਹਾਨੂੰ ਕਿਸੇ ਤੋਂ ਵੀ ਬੋਰੋ ਕਰਨ ਦੀ ਜ਼ਰੂਰਤ ਨਹੀਂ ਹੈ। ਜਦੋਂ ਵੀ ਤੁਹਾਨੂੰ ਫਾਈਨੈਂਸ ਦੀ ਰਿਕੁਆਇਰਮੈਂਟ ਹੋਏਗੀ ਤੁਸੀਂ ਆਪਣਾ ਪੈਸਾ ਯੂਜ਼ ਕਰ ਸਕਦੇ ਹੋ। ਕੋਈ ਸਿਕਿਉਰਿਟੀ ਰੱਖਣ ਦੀ ਜ਼ਰੂਰਤ ਨਹੀਂ, ਜਿੱਦਾਂ ਕਿ ਆਪਾਂ ਕਿਸੇ ਤੋਂ ਬੋਰੋ ਵਗੈਰਾ ਕਰਦੇ ਹਾਂ ਨਾ, ਸਾਡੇ ਡਾਕੂਮੈਂਟਸ ਜਾਂ ਸਾਡੀ ਪ੍ਰੋਪਰਟੀ ਜਿਹੜੀ ਗਿਰਵੀ ਰੱਖੀ ਜਾਂਦੀ ਆ, ਇਹਦੇ ਵਿੱਚ ਕੋਈ ਸਿਕਿਉਰਿਟੀ ਦੀ ਰਿਕੁਆਇਰਮੈਂਟ ਨਹੀਂ ਹੈ। ਪਲੱਸ ਕੀ ਆ, ਇੱਕ ਓਨਰ ਕੋਲ ਆਪਣਾ ਪੂਰਾ ਫੁੱਲ ਕੰਟਰੋਲ ਆ, ਆਪਣੇ ਬਿਜ਼ਨਸ ਨੂੰ ਮੈਨੇਜ ਵੀ ਕਰ ਸਕਦਾ, ਕੰਟਰੋਲ ਵੀ ਕਰ ਸਕਦਾ ਆ। ਨਾ ਬੋਰਡ ਫੰਡ ਦੇ ਵਿੱਚ ਕੀ ਆ ਕਿ ਜਿਹੜਾ ਵੀ ਕੋਈ ਫੰਡ ਆ ਅਸੀਂ ਰੇਜ਼ ਕੀਤਾ ਆ ਕਿਸੇ ਦੇ ਥਰੂ, ਚਾਹੇ ਉਹ ਲੋਨ ਦੇ ਥਰੂ ਰੇਜ਼ ਕੀਤਾ ਜਾਂ ਫਿਰ ਕਿਸੇ ਤੋਂ ਬੋਰੋ ਕਰਕੇ ਰੇਜ਼ ਕੀਤਾ ਆ, ਅਤੇ ਇਹ ਡਿਬੈਂਚਰ ਹੋਲਡਰ ਤੋਂ ਵੀ ਅਸੀਂ ਲੈ ਸਕਦੇ ਹਾਂ, ਠੀਕ ਆ, ਪਬਲਿਕ ਡਿਪੋਜ਼ਿਟ ਤੋਂ ਵੀ ਲੈ ਸਕਦੇ ਹਾਂ, ਪਲੱਸ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਵੀ ਲੈ ਸਕਦੇ ਹਾਂ, ਕਮਰਸ਼ੀਅਲ ਬੈਂਕ ਤੋਂ ਵੀ ਲੈ ਸਕਦੇ ਹਾਂ। ਅਤੇ ਇਹ ਕੀ ਆ, ਜਿਹੜਾ ਵੀ ਤੁਸੀਂ ਫੰਡ ਬੋਰੋ ਕਰੋਗੇ ਉਹ ਫਿਕਸ ਟਾਈਮ ਪੀਰੀਅਡ ਲਈ ਹੋਏਗਾ, ਕੁਛ ਟਾਈਮ ਲਈ ਰੇਜ਼ ਕੀਤਾ ਜਾਂਦਾ ਆ। ਪਲੱਸ ਅਗਰ ਤੁਸੀਂ ਕਿਸੇ ਤੋਂ ਪੈਸਾ ਬੋਰੋ ਕਰ ਰਹੇ ਹੋ ਨਾ, ਅਤੇ ਤੁਹਾਨੂੰ ਇੰਟਰਸਟ ਵੀ ਦੇਣਾ ਪੈਂਦਾ ਹੈ, ਵਿਆਜ ਵੀ ਦੇਣਾ ਪੈਂਦਾ ਆ, ਠੀਕ ਆ। ਪਲੱਸ ਤੁਹਾਡੇ ਐਸਿਡ ਜਿਹੜੇ ਆ ਚਾਰਜੇਬਲ ਹੁੰਦੇ ਆ, ਕਿਉਂਕਿ ਇਨ ਕੇਸ ਜੇ ਤੁਸੀਂ ਉਹਨਾਂ ਦਾ ਪੈਸਾ ਵਾਪਸ ਨਹੀਂ ਕਰ ਪਾਓਗੇ ਦੈਨ ਉਹਨਾਂ ਨੂੰ ਹੱਕ ਆ ਕਿ ਤੁਹਾਡੇ ਉਹ ਐਸਿਡ 'ਤੇ ਕਲੇਮ ਕਰ ਸਕਦੇ ਆ। ਨੋ ਸ਼ੇਅਰਿੰਗ ਆਫ ਕੰਟਰੋਲ ਇਨ ਦਾ ਮੈਨੇਜਮੈਂਟ। ਪਲੱਸ ਕੀ ਹੈ, ਜਿਨ੍ਹਾਂ ਤੋਂ ਆਪਾਂ ਪੈਸਾ ਬੋਰੋ ਕਰਦੇ ਆ ਨਾ ਉਹਨਾਂ ਦਾ ਸਾਡੇ ਮੈਨੇਜਮੈਂਟ ਦੇ ਉੱਤੇ ਕੋਈ ਵੀ ਹੱਕ ਨਹੀਂ ਹੁੰਦਾ, ਕੋਈ ਰਾਈਟ ਨਹੀਂ ਹੁੰਦੀ। ਸੋ ਤੁਸੀਂ ਇਹ ਦੋਵੇਂ ਹੀ ਆਪਣਾ ਜਿਹੜਾ ਟੋਪਿਕ ਆ ਬੋਰੋਡ ਫੰਡ ਦੀ ਡੈਫੀਨੇਸ਼ਨ ਪਲੱਸ ਉਹਦੇ ਫੀਚਰ ਤੱਕ ਸਟੱਡੀ ਕਰਨਾ ਆ। ਨੈਕਸਟ ਜਿਹੜਾ ਕਲਾਸੀਫਿਕੇਸ਼ਨ ਆ ਉਹ ਅਸੀਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਸੋ ਗੋ ਥਰੂ ਦਿਸ ਟੋਪਿਕ ਐਂਡ ਰਾਈਟ ਦ ਨੋਟਸ ਇਨ ਯੋਰ ਨੋਟਬੁੱਕ।